ਹੈਲੋ ਫਰੈਂਡਸ, ਮੇਰਾ ਨਾਮ ਦਿਲ ਸੰਧੂ ਤੇ ਮੈਂ ਆ CICC ਲਾਇਸੈਂਸ ਆਫ ontario ਕੈਨੇਡਾ। ਅੱਜ ਆਪਾਂ ਗੱਲ ਕਰਾਂਗੇ ਕਿ ਐਕਸਪ੍ਰੈਸ ਐਂਟਰੀ ਦੇ ਡਰਾਜ਼ ਬਾਰੇ ਕਿ ਵੀ 2023 ਦੇ ਵਿੱਚ ਕਿੰਨੇ ਡਰਾਜ਼ ਆਏ ਹੈਗੇ ਆ। ਅੱਜ ਹੈਗੀ ਸੈਪਟੈਂਬਰ 29 2023। ਸੋ ਜਿਹੜਾ ਵੀ ਐਨਾਲਿਸਿਸ ਕਰ ਰਹੇ ਆ ਉਹ ਅੱਜ ਦੀ ਡੇਟ ਤੱਕ ਹੈਗਾ। ਸੋ ਨੰਬਰ ਆਫ ਇਨਵੀਟੇਸ਼ਨਸ ਡਿਫਰੈਂਟ ਜਿਹੜੇ ਰਾਊਂਡਸ ਆਏ ਹੈਗੇ ਆ, ਟੋਟਲ ਇਨਵੀਟੇਸ਼ਨਸ ਕਿੰਨੇ ਆਏ ਆ ਤੇ ਜਿਹੜੇ ਵੀ ਇਹ ਡਰਾਜ਼ ਆਏ ਹੈਗੇ ਆ ਉਹਦੇ ਵਿੱਚ ਜਿਹੜਾ ਸਕੋਰ ਹੈਗਾ ਉਹ ਕਿੰਨਾ ਸੀਗਾ ਜਾਂ ਕਟ ਆਫ ਜਿਹੜੀ ਸੀਗੀ CRS ਸਕੋਰ ਦੀ ਉਹ ਕੀ ਸੀਗੀ ਤੇ ਲੋਐਸਟ ਕਿਹੜੀ ਡਰਾਅ ਚ ਆਈ ਹੈ, ਹਾਈਐਸਟ ਕਿਹੜੇ ਡਰਾਅ ਚ ਆਈ ਹੈ। ਸੋ ਉਹਦੇ ਬਾਰੇ ਆਪਾਂ ਥੋੜਾ ਜਿਹਾ ਐਨਾਲਾਈਜ਼ ਕਰਾਂਗੇ। ਐਂਡ ਤੀਜਾ ਤੇ ਜਿਹੜਾ ਮੋਸਟ ਇੰਪੋਰਟੈਂਟ ਹੈਗਾ ਕਿ ਜਿਹੜੀ ਐਕਸਪ੍ਰੈਸ ਐਂਟਰੀ ਦਾ ਜਿਹੜਾ ਇਮੀਗ੍ਰੇਸ਼ਨ ਪਲਾਨ ਸੀਗਾ 2023 ਦਾ, ਉਸ ਰਿਲੇਟਡ ਆਪਾਂ ਨੂੰ ਜਿੰਨੇ ਇਨਵੀਟੇਸ਼ਨ ਆਣੇ ਸੀ ਉਹ ਆ ਚੁੱਕੇ ਆ। ਹੋਰ ਇਨਵੀਟੇਸ਼ਨ ਆਉਣਗੇ ਕਿ ਨਹੀਂ ਆਉਣਗੇ, ਤੇ ਜੇ ਆਉਣਗੇ ਤੇ ਕਿਹਦੇ ਵਿੱਚ ਆਉਣ ਦੇ ਜ਼ਿਆਦਾ ਚਾਂਸਸ ਹੈ ਕਿ ਹੁਣ ਜਿਹੜੇ ਨਵੇਂ ਇਨਵੀਟੇਸ਼ਨ ਆ ਰਹੇ ਉਹ 2024 ਲਈ ਆ ਰਹੇ, 2023 ਦੀ ਕੋਟਾ ਪਹਿਲਾਂ ਹੀ ਮੀਟ ਹੋ ਚੁੱਕਿਆ। ਇਹਨਾਂ ਸਾਰੀਆਂ ਚੀਜ਼ਾਂ ਬਾਰੇ ਆਪਾਂ ਗੱਲ ਕਰਾਂਗੇ। ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਜਰੂਰ ਲਾਈਕ ਕਰਿਆ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਜੇ। ਤੇ ਮੈਂ ਇਹਦੇ ਉੱਤੇ ਹੋਰ ਵੀ ਕਾਫੀ ਵੀਡੀਓਜ਼ ਬਣਾ ਰਿਹਾ ਤੇ ਵਿਦਆਊਟ ਐਨੀ ਫਰਦਰ ਵੇਟ, ਸੋ ਲੈਟਸ ਗੋ ਰਾਈਟ ਇਨਟੂ ਇਟ। ਸੋ ਇਸ ਦੇ ਰਿਲੇਟਡ ਮੈਂ ਜਿਹੜਾ ਐਨਾਲਿਸਿਸ ਕੀਤਾ ਉਹ ਮੈਂ ਐਕਸੈਲ ਜਿਹੜੀ ਸਪਰੈਡਸ਼ੀਟ ਦੇ ਵਿੱਚ ਸ਼ੇਅਰ ਕਰਦਾ ਤੁਹਾਡੇ ਨਾਲ। ਸੋ ਲੈਟਸ ਲੁੱਕ ਇਨਟੂ ਦਿਸ। ਸੋ ਪਹਿਲਾਂ ਆਪਾਂ ਇਹਨੂੰ ਥੋੜਾ ਜਿਹਾ ਜ਼ੂਮ ਕਰ ਲਈਏ। ਸੋ ਅਗਰ ਤੁਸੀਂ ਦੇਖਿਆ ਜਾਏ ਕਿ ਜਿਹੜੇ ਡਰਾਜ਼ ਦੀ ਜਿਹੜੀ ਰਾਊਂਡਸ ਆ, ਅਗਰ ਆਪਾਂ ਸਾਰਿਆਂ ਨੂੰ ਉਹਨਾਂ ਨੂੰ ਕੈਟੇਗਰੀ ਬੇਸ ਬਣਾਤਾ, ਫੋਰ ਐਗਜ਼ਾਮਪਲ ਕਿ ਐਗਰੀਕਲਚਰ ਦੇ ਐਗਰੀ ਫੂਡ ਦੇ ਡਰਾਅ ਕਿੰਨੇ ਆਏ ਆ, ਫੈਡਰਲ ਸਕਿਲਡ ਵਰਕਰ ਦੇ ਡਰਾਅ ਕਿੰਨੇ ਆਏ ਆ, ਫ੍ਰੈਂਚ ਲੈਂਗੁਏਜ ਦੇ, ਹੈਲਥ ਕੇਅਰ ਦੇ, ਨੋ ਪ੍ਰੋਗਰਾਮ ਸਪੈਸੀਫਿਕ ਜਿਹਨੂੰ ਆਪਾਂ ਜਨਰਲ ਡਰਾਅ ਵੀ ਕਹਿੰਦੇ ਨੇ, ਜਿੱਥੇ ਸਾਰੇ ਹੀ ਐਲੀਜੀਬਲ ਹੁੰਦੇ ਆ, ਪ੍ਰੋਵਿੰਸ਼ੀਅਲ ਨੋਮੀਨੀ ਡਰਾਅ, ਸਟੈਮ ਆਕੂਪੇਸ਼ਨ, ਟ੍ਰੇਡ ਆਕੂਪੇਸ਼ਨ, ਟਰਾਂਸਪੋਰਟ ਆਕੂਪੇਸ਼ਨ। ਹੁਣ ਜੇ ਤੁਸੀਂ ਇਸ ਐਕਸਲ ਸ਼ੀਟ ਨੂੰ ਦੇਖੋ ਤਾਂ ਤੁਹਾਨੂੰ ਪਤਾ ਲੱਗਦਾ ਕਿ ਟੋਟਲ ਇਸ ਟਾਈਮ 31 ਡਰਾਜ਼ ਆਏ ਆ 2023 ਦੇ ਵਿੱਚ, ਸੈਪਟੈਂਬਰ 29 2023 ਤੱਕ, ਰਾਈਟ। ਸੋ ਇਹਦੇ ਵਿੱਚ ਜਿਹੜੇ ਟੋਟਲ ਇਨਵੀਟੇਸ਼ਨਸ ਇਸ਼ੂ ਹੋਏ ਆ ਉਹ 86,000 ਹੋਏ ਆ ਅਪਰੋਕਸੀਮੇਟਲੀ, ਰਾਈਟ। ਤੇ ਜਿਹੜੀ ਸਭ ਤੋਂ ਜ਼ਿਆਦਾ ਜਿਹੜੀ ਆਈ ਵੁੱਡ ਸੇ ਕਿ ਸਰਪ੍ਰਾਈਜ਼ਿੰਗ ਥਿੰਗ ਆ ਇਹਦੇ ਵਿੱਚ ਕਿ ਜਿਹੜਾ ਮੋਸਟ ਜਿਹੜੇ ਡਰਾਜ਼ ਆਏ ਉਹ ਨੋ ਪ੍ਰੋਗਰਾਮ ਸਪੈਸੀਫਾਈਡ ਡਰਾਅ ਹੈ, ਰਾਈਟ। ਤੇ ਐਗਰੀਕਲਚਰ ਚ ਇੱਕ ਲੈਸ ਦੈਨ 1% ਹੈ, ਫੈਡਰਲ ਸਕਿਲਡ ਕੈਟੇਗਰੀ ਚ 3% ਹੈ, ਫ੍ਰੈਂਚ ਲੈਂਗੁਏਜ ਚ 8% ਆ। ਐਂਡ ਜੇ ਤੁਸੀਂ ਸਟੈਮ ਆਕੂਪੇਸ਼ਨ ਦਾ ਦੇਖੋ ਲੈਸ ਦੈਨ 1%, 0.6% ਦੇ ਕਰੀਬ ਆ। ਟ੍ਰੇਡ ਆਕੂਪੇਸ਼ਨ ਚ ਮੇ ਬੀ ਕਲੋਜ਼ ਟੂ 2%, ਤੇ ਟਰਾਂਸਪੋਰਟ ਆਕੂਪੇਸ਼ਨ ਚ 1% ਦੇ ਕਰੀਬ ਡਰਾਅ ਆਏ ਆ। ਸਭ ਤੋਂ ਜਿਹੜੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਹੜੀ ਇੱਕ ਪਿੱਛੇ ਗਲੋਬ ਤੇ ਮੇਲ ਦੇ ਵਿੱਚ ਜਿਹੜਾ ਇੱਕ ਕਾਫੀ ਇੱਥੇ ਪ੍ਰੋਮੀਨੈਂਟ ਨਿਊਜ਼ਪੇਪਰ ਉਹਦੇ ਚ ਆਰਟੀਕਲ ਆਇਆ ਸੀਗਾ ਕਿ ਜਿਹੜੇ ਕੈਟੇਗਰੀਜ਼ ਜਿਹੜੀਆਂ ਹੈਗੀਆਂ ਐਕਸਪੈਕਟਡ, ਜਿਹੜੇ PR ਉਹਨਾਂ ਨੇ ਕਿਹਾ ਸੀਗਾ ਕਿ ਇੰਨੇ ਐਕਸਪੈਕਟਡ ਹੈਗੇ ਆ ਡਰਾਜ਼ ਇਨ ਡਿਫਰੈਂਟ ਕੈਟੇਗਰੀਜ਼। ਉਹਨਾਂ ਨੇ ਕਿਹਾ ਸੀ ਜਿਹੜੇ ਸਟੈਮ ਆਕੂਪੇਸ਼ਨ ਜਿਹਦੇ ਵਿੱਚ ਆਪਾਂ ਕਹਿੰਦੇ ਆ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ, ਮੈਥਮੈਟਿਕਸ, ਜਿਵੇਂ IT ਪ੍ਰੋਫੈਸ਼ਨਲਸ ਹੋ ਗਏ, ਮੈਥਮੈਟੀਸ਼ੀਅਨਸ, ਐਕਚੁਅਲ ਸਾਇੰਸਿਸ, ਉਹ ਸਾਰਾ ਕੁਝ ਆ ਗਿਆ। ਉਹਦੇ ਵਿੱਚ 28 ਤੇ 31% ਐਕਸਪੈਕਟਡ ਸੀਗੇ। ਤੇ ਫ੍ਰੈਂਚ ਲੈਂਗੁਏਜ ਦੇ ਵਿੱਚ 11 ਤੋਂ 15% ਫॉर 2023, ਤੇ ਹੈਲਥ ਕੇਅਰ ਚ 9 ਤੋਂ 12%, ਟ੍ਰੇਡ ਚ 3 ਤੋਂ 4%, ਟਰਾਂਸਪੋਰਟੇਸ਼ਨ ਐਗਰੀਕਲਚਰ 1 ਤੋਂ 2%। ਸੋ ਆਈ ਵੁੱਡ ਸੇ ਕਿ ਜਿਹੜਾ ਟਰਾਂਸਪੋਰਟ ਤੇ ਐਗਰੀਕਲਚਰ ਤਾਂ ਆਲਮੋਸਟ 1 ਤੋਂ 2% ਦੇ ਕਰੀਬ ਹੋ ਹੀ ਚੁੱਕੇ ਆ। ਬਟ ਹੁਣ ਜਿਹੜਾ ਆਪਾਂ ਦੇਖਿਆ ਜਾਏ ਕਿ ਜਿਹੜਾ ਸਟੈਮ ਆਕੂਪੇਸ਼ਨ ਹੈ ਇਹਦੇ ਚ ਉਹ ਕਹਿੰਦੇ ਸੀਗੇ ਕਿ 28% ਤੋਂ 31% ਐਕਸਪੈਕਟਡ ਆ, ਪਰ ਹਜੇ ਤੱਕ ਜਿਹੜਾ ਡਰਾਅ ਹੋਇਆ ਉਹ ਜਸਟ 0.6% ਹੋਇਆ, 1% ਵੀ ਨਹੀਂ ਹੋਇਆ। ਸੋ ਇੱਥੋਂ ਆਪਾਂ ਕੀ ਆਈਡੀਆ ਲਾਈਏ? ਜਾਂ ਤਾਂ ਉਹ ਇਹ ਕੈਲਕੂਲੇਟ ਕਰ ਰਹੇ ਆ IRCC ਵਾਲੇ ਕਿ ਵੀ ਜਿਹੜੇ ਪਹਿਲਾਂ ਜਨਰਲ ਡਰਾਅ ਹੈ ਜਾਂ ਉਹਦੇ ਵਿੱਚ ਪਹਿਲਾਂ ਹੀ IT ਪ੍ਰੋਫੈਸ਼ਨਲਸ ਪਹਿਲਾਂ ਹੀ ਬਹੁਤ ਜ਼ਿਆਦਾ ਸੀਗੇ, ਮੇਬੀ ਦੈਟਸ ਵਾਈ ਦੇ ਆਰ ਨਾਟ ਕਮਿੰਗ ਅਪ ਵਿਦ ਨਿਊ ਡਰਾਜ਼। ਬਟ ਹੈਵਿੰਗ ਸੈਡ ਦੈਟ, ਅਗਰ ਤੁਸੀਂ ਆ ਫ੍ਰੈਂਚ ਲੈਂਗੁਏਜ ਤੇ ਦੇਖਿਆ ਜਾਏ ਕਿ ਫ੍ਰੈਂਚ ਲੈਂਗੁਏਜ ਦੇ ਡਰਾਜ਼ ਆਲਰੇਡੀ 9% ਹੋ ਗਏ। ਸੋ ਫ੍ਰੈਂਚ ਲੈਂਗੁਏਜ ਜਿਹੜੀ ਇਕੱਲੀ ਡਰਾਅ ਹੈਗੀ ਉਹੀ ਇੱਕ ਤਰ੍ਹਾਂ ਦਾ ਆਪਣਾ ਟਾਰਗੇਟ ਮੀਟ ਕਰ ਰਹੀ ਹੈ। ਬਾਕੀ ਜਿਹੜੇ ਹੈਗੇ ਆ ਸਟੈਮ ਐਕੂਪੇਸ਼ਨ ਨੂੰ ਇਹ ਕਾਈਂਡ ਆਫ ਭੁੱਲ ਹੀ ਗਏ ਆ ਜਮਾਂ। ਤੇ ਜੇ ਆਪਾਂ ਹੈਲਥ ਕੇਅਰ ਦੀ ਗੱਲ ਕਰੀਏ ਤਾਂ ਉਹਦੇ ਚ ਵੀ ਥੋੜ੍ਹੇ ਬਹੁਤੇ ਡਰਾਅ ਹੈਗੇ 3% ਦੇ ਕਰੀਬ। ਇਸ ਤੋਂ ਇਲਾਵਾ ਜਿਹੜੇ ਡਰਾਜ਼ ਹੈਗੇ ਆ ਉਹ ਕਾਈਂਡ ਆਫ ਮੀਟ ਕਰਦੇ, ਜਿਵੇਂ ਫੋਰ ਐਗਜ਼ਾਮਪਲ ਟਰਾਂਸਪੋਰਟੇਸ਼ਨ, ਐਗਰੀਕਲਚਰ। ਟ੍ਰੇਡ ਚ ਆਪਾਂ ਐਕਸਪੈਕਟ ਕਰ ਸਕਦੇ ਹੈਗੇ ਆ, ਟ੍ਰੇਡ ਦਾ ਅਗਰ ਦੇਖਿਆ ਜਾਏ ਉਹਦੇ ਚ ਵੀ ਮੋਸਟ ਲਾਈਕਲੀ ਮੇ ਬੀ ਇੱਕ ਡਰਾਅ ਆ ਸਕਦਾ ਹੈ ਜਾਂ ਨਹੀਂ ਆਏਗਾ। ਅਦਰਵਾਈਜ਼ ਇਟਸ ਪ੍ਰੀਟੀ ਕਾਈਂਡ ਆਫ ਵੀਅਰਡ ਥਿੰਗ ਕਿ ਵੀ ਸਟੈਮ ਆਕੂਪੇਸ਼ਨ ਜਿਵੇਂ ਉਹ ਕਹਿੰਦੇ ਸੀਗੇ ਉਹਦੇ ਵਿੱਚ ਉਹਨੇ ਡਰਾਅ ਨਹੀਂ ਆਇਆ, ਰਾਈਟ। ਹੁਣ ਆਪਾਂ ਗੱਲ ਕਰਦੇ ਹਾਂ ਜਿਹੜੇ ਡਰਾਜ਼ ਆਏ ਸੀਗੇ ਉਹਨਾਂ ਵਿੱਚ ਜਿਹੜਾ ਕਟ ਆਫ ਸਕੋਰ ਸੀ ਉਹ ਕਿੰਨਾ ਸੀਗਾ। ਹੁਣ ਜੇ ਤੁਸੀਂ ਜਨਰਲ ਡਰਾਅ ਦੀ ਗੱਲ ਕਰੋ, ਟੋਟਲ ਜਿਹੜੇ ਡਰਾਜ਼ ਆ ਉਹ 16, ਰਾਈਟ। ਉਹਦੇ ਵਿੱਚ ਜਿਹੜਾ ਲੋਐਸਟ ਸਕੋਰ ਆਇਆ ਸੀ ਨਾ ਕਿਸੇ ਵੀ ਕਟ ਆਫ ਚ, ਕਿਸੇ ਵੀ ਡਰਾਅ ਦੇ ਵਿੱਚ, ਉਹ 481 ਸੀਗਾ। ਉਹ ਮਾਰਚ 29 ਨੂੰ 2023 ਨੂੰ ਜਿਹੜਾ ਡਰਾਅ ਨਿਕਲਿਆ ਸੀ ਉਹਦੇ ਵਿੱਚ ਆਹ 481 ਸਕੋਰ ਸੀਗਾ, ਰਾਈਟ। ਇਸ ਤੋਂ ਬਾਅਦ ਜਿਹੜੇ ਸਕੋਰਸ ਆਏ ਉਹ ਇਨਕਰੀਜ਼ ਹੀ ਕੀਤੇ ਆ। ਤੇ ਜਿਹੜਾ ਹਾਈਐਸਟ ਸਕੋਰ ਆਇਆ ਹੈਗਾ ਉਹ ਸੈਪਟੈਂਬਰ 19 ਨੂੰ ਜਿਹੜਾ ਡਰਾਅ ਸੀ 531 ਆਇਆ। ਪ੍ਰੋਵਿੰਸ਼ੀਅਲ ਦੀ ਆਈ ਥਿੰਕ ਕੋਈ ਗੱਲ ਕਰਨ ਦੀ ਜ਼ਰੂਰਤ ਨਹੀਂ, ਕਿਉਂਕਿ ਅਗਰ 600 ਪੁਆਇੰਟਸ ਐਡ ਹੋ ਜਾਂਦੇ ਆ ਸੋ ਡਰਾਅ ਇਜ਼ ਪ੍ਰੀਟੀ ਮਚ ਸਰਟਨ। ਸੋ ਜਿਹੜਾ ਲੋਐਸਟ ਡਰਾਅ ਸੀਗਾ ਉਹ May 10 ਨੂੰ ਸੀਗਾ 691। ਸੋ ਆਈ ਥਿੰਕ ਦੇਰ ਇਜ਼ ਨਥਿੰਗ ਮਚ ਟੂ ਦਿਸ। ਅਨਦਰ ਇੰਟਰਸਟਿੰਗ ਵਨ ਇਜ਼ ਦ ਫ੍ਰੈਂਚ ਲੈਂਗੁਏਜ।
ਜਿਹੜਾ ਫ੍ਰੈਂਚ ਲੈਂਗੁਏਜ ਦਾ ਡਰਾ ਸੀਗਾ ਉਹ 375 ਵਿਚ ਇਜ਼ ਪ੍ਰੀਟੀ ਲੋ ਸਕੋਰ, ਰਾਈਟ। ਸੋ ਮੈਂ ਉਹੀ ਕਹਿ ਰਿਹਾ ਸੀਗਾ ਕਿ ਜਿਹੜਾ ਫ੍ਰੈਂਚ ਲੈਂਗੁਏਜ ਦੀ ਇਹਨਾਂ ਨੇ ਬਹੁਤ ਫੋਕਸ ਕੀਤਾ, ਐਂਡ ਈਵਨ ਆਪਣਾ ਇਮੀਗ੍ਰੇਸ਼ਨ ਮਿਨਿਸਟਰ ਵੀ ਫਰੋਮ ਅ ਫ੍ਰੈਂਚ ਸਪੀਕਿੰਗ ਜਿਹੜਾ ਪ੍ਰੋਵਿੰਸ ਤੋਂ ਸੀਗੇ। ਸੋ ਮੇ ਬੀ ਦੇਰ ਇਜ਼ ਅ ਥਿੰਗ ਦੈਟ ਫ੍ਰੈਂਚ 'ਤੇ ਬਹੁਤ ਜ਼ਿਆਦਾ ਫੋਕਸ ਹੈਗਾ, ਸੋ ਦ ਡਰਾਜ਼ ਵੀ ਲਗਾਤਾਰ ਹੋ ਰਹੇ ਆ ਫ੍ਰੈਂਚ ਦੇ ਰਿਲੇਟਡ, ਰਾਈਟ। ਉਹ ਤੋਂ ਬਾਅਦ ਹੈਲਥ ਕੇਅਰ 'ਚ ਦੇਖਿਆ ਜਾਏ ਤਾਂ ਸਭ ਤੋਂ ਲੋਐਸਟ ਸਕੋਰ ਹੈਗਾ 463। ਟਰਾਂਸਪੋਰਟ ਆਕੂਪੇਸ਼ਨਸ ਜਿਹੜਾ ਡਰਾ ਨਿਕਲਿਆ ਸੀਗਾ ਸੈਪਟੈਂਬਰ 20 ਨੂੰ, ਉਹ ਹੈਗਾ 435। ਟ੍ਰੇਡ ਆਕੂਪੇਸ਼ਨਸ ਦੇ ਵਿੱਚ ਜਿਹੜਾ ਡਰਾ ਹੈਗਾ ਉਹਦਾ ਸਕੋਰ ਸੀਗਾ 388। ਸਟੈਮ ਆਕੂਪੇਸ਼ਨ ਦਾ ਸਿਰਫ ਇੱਕੋ ਡਰਾ ਨਿਕਲਿਆ, ਜਦ ਕਿ ਉਹ ਕਹਿ ਰਹੇ ਸੀ ਸਭ ਤੋਂ ਜ਼ਿਆਦਾ ਡਰਾ ਇਹਦੇ ਵਿੱਚ ਨਿਕਲਣੇ ਆ। ਉਹਦੇ ਵਿੱਚ ਜਿਹੜਾ ਸਕੋਰ ਹੈਗਾ 486 ਸੀਗਾ। ਐਂਡ ਦੈਨ ਆਈ ਵੁੱਡ ਸੇ ਐਗਰੀਕਲਚਰ। ਸੋ ਐਗਰੀਕਲਚਰ ਦਾ ਜਿਹੜਾ ਡਰਾ ਬੜਾ ਰੀਸੈਂਟ ਹੋਇਆ, ਕੱਲ੍ਹ ਹੀ ਹੋਇਆ, ਸੋ ਉਹਦਾ ਜਿਹੜਾ ਸਕੋਰ ਹੈਗਾ ਉਹ ਹੈਗਾ 354। ਅਗਰ ਤੁਸੀਂ ਦੇਖਿਆ ਜਾਏ 354 ਇਜ਼ ਦ ਲੋਐਸਟ ਸਕੋਰ ਐਟ ਐਨੀ ਟਾਈਮ। ਸੋ ਅਗਰ ਇਸ ਫੀਲਡ ਦੇ ਵਿੱਚ ਕੋਈ ਸੀਗਾ ਤਾਂ ਉਹਨਾਂ ਨੂੰ ਬਹੁਤ ਬੈਨੀਫਿਟ ਹੋਇਆ, ਕਿਉਂਕਿ ਇਹਦੇ ਵਿੱਚ ਉਹਨਾਂ ਦਾ ਜਿਹੜਾ ਡਰਾ ਹੈਗਾ ਬਹੁਤ ਹੀ ਲੋ ਸਕੋਰ ਹੈਗਾ। ਸੋ 354 ਲੈਣੇ ਬਹੁਤ ਸੌਖੇ ਆ ਕੰਪੈਰੇਟਿਵਲੀ, ਅਤੇ ਇਹ ਸੈਪਟੈਂਬਰ 28 ਨੂੰ ਇਹ ਡਰਾ ਹੋਇਆ। ਹੁਣ ਆਪਾਂ ਗੱਲ ਕਰਦੇ ਹਾਂ ਜਿਹੜਾ ਇਮੀਗ੍ਰੇਸ਼ਨ ਲੈਵਲ ਪਲਾਨ ਹੈਗਾ 2023 ਦਾ। ਸੋ ਅਗਰ ਤੁਸੀਂ ਦੇਖਿਆ ਜਾਏ ਕਿ ਜਿਹੜਾ ਉਹਨਾਂ ਦਾ ਟਾਰਗੇਟ ਹੈਗਾ ਇਮੀਗ੍ਰੇਸ਼ਨ ਦਾ, ਉਹ ਹੈਗਾ 4,65,000 ਬੰਦੇ। ਸੋ 465,000 ਪੀਪਲ ਦੇ ਵਾਂਟ ਟੂ ਹੈਵ ਐਜ਼ ਪਰਮਾਨੈਂਟ ਇਮੀਗ੍ਰੈਂਟ ਇਨ 2023। ਇਹ ਉਹਨਾਂ ਦਾ ਗੋਲ ਆ, ਰਾਈਟ। ਸੋ ਜਦੋਂ ਮੈਂ ਆਹ ਟਾਰਗੇਟ ਦੀ ਗੱਲ ਕਰਦਾ, ਥੀਜ਼ ਆਰ ਨੰਬਰ ਆਫ ਪੀਪਲ, ਰਾਈਟ। ਥੀਜ਼ ਆਰ ਨਾਟ ਨੰਬਰ ਆਫ ਇਨਵੀਟੇਸ਼ਨ, ਦਿਸ ਇਜ਼ ਨਾਟ ਨੰਬਰ ਆਫ ਐਪਲੀਕੇਸ਼ਨਸ, ਰਾਈਟ। ਕਿਉਂਕਿ ਜਿਹੜੀ ਇੱਕ ਐਪਲੀਕੇਸ਼ਨ 'ਤੇ ਇੱਕ ਵੀ ਬੰਦਾ ਹੋ ਸਕਦਾ, ਅਤੇ ਇੱਕ ਐਪਲੀਕੇਸ਼ਨ 'ਤੇ 4 ਵੀ ਹੋ ਸਕਦੇ। ਫੋਰ ਐਗਜ਼ਾਮਪਲ ਲੈਟਸ ਸੇ ਇੱਕ ਐਪਲੀਕੇਸ਼ਨ 'ਤੇ ਤੁਸੀਂ ਇਨਵਾਈਟਡ ਹੋ, ਪ੍ਰਿੰਸੀਪਲ ਐਪਲੀਕੈਂਟ ਆ, ਉਹਦੀ ਵਾਈਫ ਆ, 2 ਕਿਡਸ ਆ, ਸੋ ਉਹ 4 ਵੀ ਹੋ ਸਕਦੇ। ਸੋ ਇਹ ਨੰਬਰ ਆਫ ਪੀਪਲ ਆ, ਇਟਸ ਨਾਟ ਨੰਬਰ ਆਫ ਐਪਲੀਕੇਸ਼ਨਸ ਜਾਂ ਨੰਬਰ ਆਫ ਇਨਵੀਟੇਸ਼ਨਸ, ਰਾਈਟ। ਉਹਨੂੰ ਤੁਸੀਂ ਬਿਲਕੁਲ ਧਿਆਨ ਰੱਖਣਾ ਕਿ ਦਿਸ ਇਜ਼ ਦ ਕਾਮਨ ਮਿਸਟੇਕ ਵਿਚ ਮੋਸਟ ਪੀਪਲ ਆਰ ਮੇਕਿੰਗ ਵੈਨ ਦੇ ਡੂਇੰਗ ਦਿਸ ਪਰਟੀਕੂਲਰ ਐਨਾਲਿਸਿਸ। ਤਾਂ ਹੁਣ ਆਪਾਂ ਗੱਲ ਕਰੀਏ ਇਹਦੇ ਵਿੱਚ ਜਿਹੜਾ ਮੇਨ ਜਿਹੜਾ ਫੋਕਸ ਆਪਣਾ ਉਹ ਇਕਨੋਮਿਕ ਹੈ, ਕਿਉਂਕਿ ਆਪਣਾ ਜਿਹੜਾ ਐਨਾਲਿਸਿਸ ਹੈ ਉਹ ਹੈਗਾ ਐਕਸਪ੍ਰੈਸ ਐਂਟਰੀ 'ਤੇ। ਐਕਸਪ੍ਰੈਸ ਐਂਟਰੀ 'ਚ ਕੌਣ ਐਲੀਜੀਬਲ ਹੁੰਦਾ? ਇੱਕ ਤਾਂ ਹੈਗਾ ਫੈਡਰਲ ਹਾਈ ਸਕਿਲਡ। ਇਹਦੇ ਵਿੱਚ ਜਿਵੇਂ ਆ ਗਏ ਸਾਰੇ ਕੈਟੇਗਰੀ ਬੇਸਡ ਡਰਾਜ਼ ਆ ਗਏ, ਇਹਦੇ ਵਿੱਚ ਤੁਹਾਡੇ ਫੈਡਰਲ ਸਕਿਲਡ ਵਰਕਰ ਆ ਗਿਆ, ਟ੍ਰੇਡਸ ਵਾਲੇ ਆ ਗਏ, ਸੋ ਸੀ ਆ ਗਏ, ਕੈਨੇਡੀਅਨ ਐਕਸਪੀਰੀਅੰਸ ਕਲਾਸ, ਸੋ ਆਲ ਆਫ ਦੈਮ। ਸੋ ਜਿਹੜੇ 82,000 ਹੈ ਇਹਦੇ ਥਰੂ ਸਾਰੇ ਐਕਸਪ੍ਰੈਸ ਐਂਟਰੀ ਦੇ ਥਰੂ ਹੀ ਇਨਵੀਟੇਸ਼ਨ ਆਉਣੇ ਹੈਗੇ ਫॉर ਥੀਜ਼ ਨੰਬਰ ਆਫ ਪੀਪਲ, ਰਾਈਟ। ਐਂਡ ਦੈਨ ਦ ਅਦਰ ਵਨ ਇਜ਼ ਪ੍ਰੋਵਿੰਸ਼ੀਅਲ ਨੋਮੀਨੀ। ਸੋ ਪ੍ਰੋਵਿੰਸ਼ੀਅਲ ਨੋਮੀਨੀ ਦੇ ਵਿੱਚ ਕੀ ਹੈਗਾ ਕਿ ਜਿਹੜੇ ਹਾਫ ਆਫ ਦ ਪ੍ਰੋਵਿੰਸ਼ੀਅਲ ਨੋਮੀਨੀ, ਟੋਟਲ ਜਿਹੜਾ ਟਾਰਗੇਟ ਇਹਨਾਂ ਥਰੂ ਪ੍ਰੋਵਿੰਸ਼ੀਅਲ ਨੋਮੀਨੀ ਉਹ ਹੈਗਾ 1,05,000, ਸੋ 105,000 ਪੀਪਲ। ਸੋ ਇਹਦੇ ਵਿੱਚ ਜਿਹੜੇ 50% ਦੇ ਕਰੀਬ ਹੈ, ਦਿਸ ਇਜ਼ ਮਾਈ ਐਸਟੀਮੇਟ, ਕਿ ਉਹ ਜਿਹੜੇ ਥਰੂ ਐਕਸਪ੍ਰੈਸ ਐਂਟਰੀ ਹੋਣਗੇ ਅਤੇ ਰੈਸਟ ਆਫ ਦੈਮ ਵੁੱਡ ਬੀ ਥਰੂ ਨਾਨ ਐਕਸਪ੍ਰੈਸ ਐਂਟਰੀ। ਅਤੇ ਯੂ ਮਾਈਟ ਸੇ ਕਿ ਇਹ ਤੁਹਾਨੂੰ ਕਿਵੇਂ ਪਤਾ? ਸੋ ਦਿਸ ਇਜ਼ ਬੇਸਡ ਔਨ ਜਸਟ ਐਨ ਐਸਟੀਮੇਟ, ਕਿਉਂਕਿ ਮੈਂ ਅਗਰ ਲਾਸਟ ਈਅਰ ਦਾ ਡੇਟਾ ਇਕੱਲਾ ਓਨਟਾਰੀਓ ਦਾ ਦੇਖ ਰਿਹਾ ਸੀਗਾ, ਉਹਦੇ ਵਿੱਚ ਆਲਮੋਸਟ 9 ਸਟਰੀਮਸ ਆ। ਅਗਰ ਤੁਸੀਂ ਦੇਖਿਆ ਜਾਏ ਕਿ ਜਿਹੜੀਆਂ ਆਹ 3 ਸਟਰੀਮਸ ਆ, ਸਕਿਲ, ਟ੍ਰੇਡ, ਹਿਊਮਨ ਕੈਪੀਟਲ, ਫ੍ਰੈਂਚ ਲੈਂਗੁਏਜ, ਇਹ ਹੈਗੀਆਂ ਐਕਸਪ੍ਰੈਸ ਐਂਟਰੀ ਥਰੂ, ਜਿਹੜੀ ਬਾਕੀ ਉਹ ਨਾਨ ਐਕਸਪ੍ਰੈਸ ਐਂਟਰੀ ਥਰੂ। ਸੋ ਲਾਸਟ ਈਅਰ ਇਟ ਵਾਸ 60% ਐਂਡ ਅਬਵ। ਸੋ ਅਗਰ ਤੁਸੀਂ ਦੇਖਿਆ ਜਾਏ ਕਈ ਪ੍ਰੋਵਿੰਸਿਸ ਐ ਨਹੀਂ ਆ, ਕਈ ਪ੍ਰੋਫੈਸਿਸ ਅਦਰ ਵੇ ਅਰਾਊਂਡ ਹੁੰਦਾ ਕਿ ਆਲਮੋਸਟ 70% ਨਾਨ ਐਕਸਪ੍ਰੈਸ ਐਂਟਰੀ ਥਰੂ ਹੁੰਦਾ, 30% ਐਕਸਪ੍ਰੈਸ ਐਂਟਰੀ ਥਰੂ ਹੁੰਦਾ, ਤੇ ਐਵਰੇਜ ਆਪਾਂ 50% ਲੈ ਕੇ ਚੱਲੀਏ। ਸੋ ਕਮਿੰਗ ਬੈਕ ਟੂ ਆਰ ਡਿਸਕਸ਼ਨ, ਕਿ ਹੁਣ ਆਪਾਂ ਇਹ ਕੈਲਕੂਲੇਟ ਕਰਨਾ ਹੈ ਕਿ ਕਿੰਨੇ ਡਰਾਜ਼ ਆ ਚੁੱਕੇ, ਕਿੰਨੇ ਡਰਾਜ਼ ਆ ਸਕਦੇ ਆ, ਰਾਈਟ। ਸੋ ਲੈਟ ਮੀ ਜਸਟ ਅਨਹਾਈਡ ਮਾਈ ਸ਼ੀਟ ਟੂ ਗੈਟ ਟੂ ਦੈਟ। ਸੋ ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ ਟੋਟਲ ਜਿਹੜਾ ਕੋਟਾ ਹੈਗਾ ਨੰਬਰ ਆਫ ਪੀਪਲ ਦਾ, ਉਹ ਫੈਡਰਲ ਹਾਈ ਸਕਿੱਲ 'ਚ ਹੈਗਾ 82,000, ਅਤੇ ਪ੍ਰੋਵਿੰਸ਼ੀਅਲ ਨੋਮੀਨੀ 'ਚ ਹੈਗਾ 105। ਸੋ ਇੱਥੋਂ ਨੰਬਰ ਆਏਗਾ, ਸੋ ਟੋਟਲ ਹੈ 188,000 ਪੀਪਲ। ਬਟ ਤੁਹਾਨੂੰ ਜਿਵੇਂ ਮੈਂ ਕਹਿ ਰਿਹਾ ਸੀ ਕਿ ਜਿਹੜਾ ਪ੍ਰੋਵਿੰਸ਼ੀਅਲ ਨੋਮੀਨੀ ਹੈ, ਹਾਫ ਐਂਡ ਹਾਫ ਆਪਾਂ ਕਹਿ ਸਕਦੇ ਕਿ ਐਕਸਪ੍ਰੈਸ ਐਂਟਰੀ ਥਰੂ ਹੈ, ਨਾਨ ਐਕਸਪ੍ਰੈਸ ਐਂਟਰੀ ਥਰੂ ਹੈ 52। ਜਿਹੜੇ ਤਾਂ ਐਕਸਪ੍ਰੈਸ ਐਂਟਰੀ ਥਰੂ ਹੈ ਉਹ ਤਾਂ ਥਰੂ ਇਨਵੀਟੇਸ਼ਨ ਹੀ ਆਉਣੇ ਆ, ਰਾਈਟ। ਜਿਹੜਾ ਆਪਾਂ ਇਨਵੀਟੇਸ਼ਨ ਦੀ ਗੱਲ ਕਰ ਰਹੇ ਹਾਂ, ਜਿਹਦਾ ਆਪਾਂ ਅੱਜ ਐਨਾਲਿਸਿਸ ਕਰ ਰਹੇ ਹਾਂ। ਸੋ ਅਗਰ ਤੁਸੀਂ ਦੇਖਿਆ ਜਾਏ 82,000 ਪਲੱਸ 52,000, 135,630 people are expected to become permanent resident through the express entry system, right? ਹੁਣ ਜਿਹੜੀ ਚੀਜ਼ ਇੰਪੋਰਟੈਂਟ ਹੈ, ਹੁਣ ਆਪਾਂ ਇਹ ਦੇਖਣਾ ਕਿ ਕਿੰਨੇ ਇਨਵੀਟੇਸ਼ਨਸ ਆ ਚੁੱਕੇ ਤੇ ਕਿੰਨੇ ਹੋਰ ਆ ਸਕਦੇ ਆ। ਉਹਦੇ ਲਈ ਆਪਾਂ ਪਹਿਲਾਂ ਇੱਕ ਐਗਜ਼ੰਪਸ਼ਨ ਕਰੀਏ ਕਿ ਇੱਕ ਐਪਲੀਕੇਸ਼ਨ ਤੇ 2 ਬੰਦੇ ਆਉਣਗੇ, ਰਾਈਟ। ਫੋਰ ਐਗਜ਼ਾਮਪਲ 1,35,000 ਹੈਗਾ, ਤਾਂ ਇਹਦਾ ਮਤਲਬ ਹੈਗਾ ਕਿ ਇੱਕ ਸਿਨਾਰੀਓ ਤਾਂ ਇਹ ਹੈਗਾ ਕਿ ਕੋਈ ਇਨਵੀਟੇਸ਼ਨ ਡਿਕਲਾਈਨ ਨਹੀਂ ਹੋਇਆ, ਤਾਂ ਨੰਬਰ ਆਫ ਐਕਸਪ੍ਰੈਸ ਐਂਟਰੀ ਇਨਵੀਟੇਸ਼ਨ ਐਕਸਪੈਕਟ ਆਪਾਂ ਕਰਦੇ ਹਾਂ 2023 ਦੇ ਵਿੱਚ ਉਹ ਹੈਗਾ 67,000। ਕਿਉਂਕਿ ਮੈਂ ਇਹ ਕਹਿ ਰਿਹਾ ਕਿ ਇੱਕ ਇਨਵੀਟੇਸ਼ਨ ਤੇ, ਇੱਕ ਰਾਊਂਡ ਆਫ ਇਨਵੀਟੇਸ਼ਨ ਤੇ 2 ਬੰਦੇ ਲੈਸ ਸੇ ਔਨ ਐਨ ਐਵਰੇਜ
ਅਪਲਾਈ ਕਰਦੇ ਆ। ਫੋਰ ਐਗਜ਼ਾਮਪਲ ਐਸੇ ਹਸਬੈਂਡ ਵਾਈਫ ਹੋ ਗਏ, ਹਸਬੈਂਡ ਵਿਦ ਵਾਈਫ ਵਿਦ 2 ਕਿਡਸ ਹੋ ਗਏ, ਜਾਂ ਇਕੱਲਾ ਆਪ ਹੀ ਹੈਗਾ ਪ੍ਰਿੰਸੀਪਲ ਐਪਲੀਕੈਂਟ, ਮੇ ਬੀ ਹੀ ਇਜ਼ ਨਾਟ ਮੈਰਿਡ। ਸੋ ਆਲ ਆਫ ਦੈਟ ਆਪਾਂ ਇੱਕ ਐਸਟੀਮੇਟ ਲੈ ਕੇ ਚੱਲੇ ਕਿ ਔਨ ਵਨ ਐਪਲੀਕੇਸ਼ਨ ਦੇਰ ਆਰ 2 ਪੀਪਲ। ਸੋ ਨੰਬਰ ਆਫ ਇਨਵੀਟੇਸ਼ਨ ਜਿਹੜੇ ਇਸ਼ੂ ਕੀਤੇ ਹੈਗੇ ਆ 20 ਟਿਲ 29 ਸਪਟੈਂਬਰ 2023 ਉਹ ਹੈਗੇ 86,000 ਪਹਿਲੇ ਇਨਵਾਈਟ ਕਰ ਚੁੱਕੇ ਆ ਇਹਨੇ। ਸੋ ਨੰਬਰ ਆਫ ਇਨਵੀਟੇਸ਼ਨਸ ਲੈਫਟ ਫॉर 2023 ਇਜ਼ -18,000। ਸੋ ਮੇਰੇ ਅਕੋਰਡਿੰਗ ਇਹ ਜਿਹੜੇ ਇਨਵੀਟੇਸ਼ਨਸ ਹੈਗੇ ਉਹ 2023 ਦੇ ਪਹਿਲਾਂ ਹੀ ਮੁੱਕ ਚੁੱਕੇ ਇਨ ਦਾ ਸੈਂਸ। ਸੋ ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈਗਾ ਕਿ ਜੇ ਤਾਂ ਜਿਹੜੇ ਨਵੇਂ ਇਨਵੀਟੇਸ਼ਨਸ ਆ ਰਹੇ ਜਾਂ ਤਾਂ ਉਹ 2024 ਦੇ ਕੋਟੇ ਦੇ ਥਰੂ ਆ ਰਹੇ ਆ, ਰਾਈਟ, ਜਾਂ ਫਿਰ there is lot of people who might have rejected or declined their invitation, right? ਸੋ ਦੂਜਾ ਸਿਨਾਰੀਓ ਦਾ ਆਪਾਂ ਗੱਲ ਕਰਦੇ ਹਾਂ। ਦੂਜਾ ਸਿਨਾਰੀਓ ਇਹ ਅਜ਼ਿਊਮ ਕਰਦੇ ਹਾਂ ਕਿ ਜਿੰਨੇ ਵੀ ਇਨਵੀਟੇਸ਼ਨ ਆਏ ਆ ਉਹਦੇ ਚੋਂ 20% ਜਿਹੜੇ ਇਨਵੀਟੇਸ਼ਨਸ ਉਹ ਵੇਸਟ ਹੋ ਜਾਂਦੇ। ਜੇ ਤਾਂ ਉਹ ਵੇਸਟ ਹੋ ਜਾਂਦੇ ਤਾਂ ਉਹ 20% ਹੋਰ ਇਨਵੀਟੇਸ਼ਨਸ ਉਹ ਹੋਰ ਇਨਵੀਟੇਸ਼ਨਸ ਆਉਣਗੇ ਥਰੂ ਐਕਸਪ੍ਰੈਸ ਐਂਟਰੀ, ਰਾਈਟ। ਸੋ ਅਗਰ ਆਪਾਂ 20% ਰਿਜੈਕਸ਼ਨ ਰੇਟ ਮੰਨੀਏ, ਕਿਉਂਕਿ ਬਹੁਤ ਜ਼ਿਆਦਾ ਲੋਕੀ ਹੈ ਜਿਹੜੇ ਆਪਣਾ ਇਨਵੀਟੇਸ਼ਨ ਡਿਕਲਾਈਨ ਕਰਦੇ ਫॉर ਵਟ ਐਵਰ ਰੀਜ਼ਨ, ਜਾਂ ਉਹਨਾਂ ਕੋਲ ਪੁਲਿਸ ਕਲੀਅਰੈਂਸ ਨਹੀਂ ਹੁੰਦਾ, ਜਾਂ ਉਹਨਾਂ ਨੂੰ ਐਕਸਪੀਰੀਅੰਸ ਗਲਤ ਪਾਇਆ ਹੁੰਦਾ, ਡਿਕਲਾਈਨ ਕਰ ਦਿੰਦੇ ਆ। ਦੂਜੀ ਆਪਸ਼ਨ ਹੁੰਦੀ ਹੈ ਕਿ ਕਈ ਵਾਰੀ ਜਦੋਂ ਤੁਸੀਂ ਫਾਈਲ ਕਰਦੇ ਹੋ ਤੁਸੀਂ ਪ੍ਰੋਪਰਲੀ ਡਾਕੂਮੈਂਟ ਨਹੀਂ ਲਾਉਂਦੇ ਹੋ, ਉਹ ਆਰਟ ਐਂਡ ਸਟੇਜ ਦੇ ਉੱਤੇ ਹੀ ਜਿਹੜੀ ਫਾਈਲ ਹੈ ਡਿਕਲਾਈਨ ਹੋ ਜਾਂਦੀ ਹੈ। ਉਹ ਫਿਰ ਉਹ ਵਾਪਸ ਦੇ ਡੂ ਨੈਕਸਟ ਰਾਊਂਡ, ਉਹਦੇ ਵਿੱਚ ਹੋਰ ਇਨਵੀਟੇਸ਼ਨ ਕੱਢ ਦਿੰਦੇ ਆ ਉਹ। ਅਗਰ ਆਪਾਂ ਉਹ ਅਜ਼ੰਪਸ਼ਨ ਕਰਕੇ ਚੱਲੀਏ ਤਾਂ ਨੰਬਰ ਆਫ ਐਕਸਪ੍ਰੈਸ ਐਂਟਰੀ ਇਨਵੀਟੇਸ਼ਨਸ ਐਕਸਪੈਕਟਡ ਇਨ 2023 ਇਜ਼ 84,000, ਰਾਈਟ। ਅਗਰ ਆਪਾਂ ਇਹਨੂੰ ਐਕਸਪੈਕਟ ਕਰੀਏ ਤਾਂ ਨੰਬਰ ਆਫ ਇਨਵੀਟੇਸ਼ਨਸ ਆਲਰੇਡੀ ਇਸ਼ੂਡ ਇਜ਼ 86,000, ਉਹ ਆਪਾਂ ਨੂੰ ਪਤਾ ਹੈ, ਉਹ ਆਪਾਂ ਪਹਿਲਾਂ ਐਨਾਲਿਸਿਸ ਕੀਤਾ। ਸੋ ਨੰਬਰ ਆਫ ਇਨਵੀਟੇਸ਼ਨਸ ਲੈਫਟ ਇਜ਼ 1200 ਮਾਈਨਸ। ਸੋ ਇਹਦਾ ਮਤਲਬ ਹੈ ਕਿ ਮੋਰ ਔਰ ਲੈਸ ਮੇਰੇ ਹਿਸਾਬ ਨਾਲ ਜਿਹੜਾ 2023 ਦਾ ਜਿਹੜਾ ਕੋਟਾ ਹੈ ਟਿਪੀਕਲੀ ਉਹ ਆਲਰੇਡੀ ਐਗਜ਼ੌਸਟ ਹੋ ਚੁੱਕਿਆ ਹੈਗਾ, ਅਨਲੈਸ ਜਾਂ ਤਾਂ ਇਨਵੀਟੇਸ਼ਨਸ ਬਹੁਤ ਜ਼ਿਆਦਾ ਰਿਜੈਕਟ ਹੋ ਰਹੇ, ਈਵਨ ਮੋਰ ਦੈਨ 20%। ਦੂਜੀ ਇੰਜੰਪਸ਼ਨ ਇਹ ਹੈ ਕਿ ਮਾਈ ਕੰਜੈਕਚਰ ਇਜ਼ ਕਿ ਇਹ ਜਿਹੜਾ ਨਵੇਂ ਇਨਵੀਟੇਸ਼ਨਸ ਆ ਰਹੇ ਉਹ ਫॉर 2024 ਹੈਗੇ ਆ। ਤੇ ਇੱਥੇ ਇਹ ਵੀ ਪਤਾ ਲੱਗ ਸਕਦਾ ਕਿ ਜੇ ਇਫ ਐਵਰੀਥਿੰਗ ਵਾਜ਼ ਟਰੂ ਕਿ ਜਿਹੜੇ ਨਵੇਂ ਇਨਵੀਟੇਸ਼ਨਸ ਆਉਣਗੇ ਉਹ ਮੇ ਬੀ ਜਨਰਲ ਡਰਾਅ ਦੇ ਵਿੱਚ ਚਾਂਸਿਸ ਹੈਗੇ ਘੱਟ ਆਉਣ। ਮੇ ਬੀ ਦੇ ਮਾਈਟ ਫੋਕਸ ਔਨ ਦ ਕੈਟੇਗਰੀ ਬੇਸਡ ਡਰਾਅਸ, ਕਿਉਂਕਿ ਕੈਟੇਗਰੀ ਬੇਸਡ ਡਰਾਅ ਦੇ ਵਿੱਚ ਉਹਨੇ ਇਨਵੀਟੇਸ਼ਨਸ ਹਜੇ ਤੱਕ ਨਹੀਂ ਆਏ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕਿ ਵੀ ਜਿਹੜੀ ਸਟੈਮ ਆਕੂਪੇਸ਼ਨ ਜਿਹਨੂੰ ਇਹ ਕਹਿ ਰਿਹਾ 28% ਕਰਨੇ ਆ, I'm not saying it's good or bad. I'm saying ਕਿ ਇਹਨਾਂ ਨੇ ਕਿਹਾ ਹੈ ਕਿ they are trying to get 28% of the people apply under ਜਿਹੜੀ STEM category ਦੇ ਵਿੱਚ, but ਹਜੇ ਤੱਕ ਸਭ ਤੋਂ ਘੱਟ ਉਹਦੇ 'ਚ ਹੀ ਆਇਆ। ਸੋ ਦੈਟ ਇਜ਼ ਵਨ ਐਕਸਪੈਕਟੇਸ਼ਨ। ਮੇ ਬੀ ਹੈਲਥ ਕੇਅਰ 'ਚ ਹੋਰ ਆ ਸਕਦੇ ਹੈਗੇ ਆ। ਫ੍ਰੈਂਚ ਇਜ਼ ਆਲਰੇਡੀ ਮੈਟ। ਸੋ ਬੇਸਡ ਔਨ ਦਿਸ ਮਾਈ ਹੋਲ ਅੰਡਰਸਟੈਂਡਿੰਗ ਇਜ਼ ਕਿ ਵੀ ਮੇ ਐਕਸਪੈਕਟ ਕਿ ਕੈਟੇਗਰੀ ਬੇਸਡ ਡਰਾਜ਼ ਇਹ ਥੋੜ੍ਹੇ ਜਿਹੇ ਹੋਰ ਅੱਗੇ ਕਰਨ, ਬਿਕੋਜ਼ ਅਦਰਵਾਈਜ਼ ਇਟਸ ਡਜ਼ ਨਾਟ ਮੇਕ ਸੈਂਸ। ਬਟ ਹੈਵਿੰਗ ਸੈਡ ਦੈਟ ਕਾਫੀ ਚੀਜ਼ਾਂ ਜਿਹੜੀ IRCC ਤੋਂ ਆਉਂਦੀਆਂ ਡੂ ਨਾਟ ਰੀਅਲੀ ਮੇਕ ਸੈਂਸ। ਤਾਂ ਇਹਦੇ ਵਿੱਚ ਆਪਾਂ ਇਜ਼ ਨਾਟ ਅ ਸਰਪ੍ਰਾਈਜ਼ਿੰਗ ਥਿੰਗ, ਉਹਨਾਂ ਨੇ ਉਹੀ ਕਰਨਾ ਜੋ ਉਹਨਾਂ ਨੇ ਕਰਨਾ ਹੈਗਾ। ਬਟ ਆਈ ਥਿੰਕ ਐਟਲੀਸਟ ਦਿਸ ਵਿਲ ਗਿਵ ਯੂ ਸਮ ਆਈਡੀਆ ਕਿ ਕਿੱਥੇ ਫੋਕਸ ਕਰਨਾ ਚਾਹੀਦਾ। ਤੁਹਾਨੂੰ ਪਤਾ ਹੈ ਕਿ ਫ੍ਰੈਂਚ ਲੈਂਗੁਏਜ 'ਤੇ ਜ਼ਰੂਰ ਫੋਕਸ ਕਰੋ ਅਗਰ ਇਫ ਦੈਟ ਇਜ਼ ਐਨ ਆਪਸ਼ਨ। ਐਂਡ ਆਪਣੀ ਜਿਹੜੀ ਸਕਿੱਲ ਲੈਵਲ ਹੈ, ਆਪਣਾ ਜਿਹੜੇ ਆਪਣੇ ਪੁਆਇੰਟਸ ਹੈ CRS ਦੇ, ਉਹ ਤੁਸੀਂ ਵਧਾਉਣ ਦੀ ਕੋਸ਼ਿਸ਼ ਕਰੋ, ਬਿਕਾਜ਼ ਦੈਟਸ ਦ ਵਨ ਵੇ ਯੂ ਹੈਵ ਟੂ ਪਲਾਨ ਸਟ੍ਰੈਟੇਜਿਕਲੀ। ਪਹਿਲਾਂ ਹੀ ਤੁਸੀਂ ਗੱਲ ਕਰੋ ਕਿ ਤੁਸੀਂ ਕਿੱਦਾਂ ਕੈਨੇਡਾ 'ਚ ਇਮੀਗ੍ਰੇਸ਼ਨ ਕਰਨੀ ਹੈ, ਜਾਂ ਤੁਸੀਂ ਸਟੂਡੈਂਟ ਆ ਰਹੇ ਹੋ ਤਾਂ ਤੁਸੀਂ ਕਿੱਥੇ ਫੋਕਸ ਕਰੋ ਤਾਂ ਜੋ ਤੁਹਾਡਾ ਐਕਸਪ੍ਰੈਸ ਐਂਟਰੀ ਥਰੂ ਬਣ ਜਾਏ। ਜੇ ਨਹੀਂ ਤਾਂ ਤੁਸੀਂ ਨੌਨ ਐਕਸਪ੍ਰੈਸ ਐਂਟਰੀ ਜਿਵੇਂ PNP ਸਟਰੀਮਸ ਹੈਗੀਆਂ ਉਹਨਾਂ 'ਤੇ ਤੁਸੀਂ ਫੋਕਸ ਕਰੋ, ਬਟ ਬੜਾ ਸਟ੍ਰੈਟੇਜਿਕ। ਇਹ ਨਾ ਆਓ ਕਿ ਸਿੱਧਾ ਹੀ ਇੱਥੇ 12th ਤੋਂ ਬਾਅਦ ਆ ਗਏ ਐਂਡ ਦੈਨ ਯੂ ਡੋਂਟ ਨੋ ਵਾਟ ਟੂ ਡੂ ਵਿਦ ਯੋਰ ਹੋਲ ਥਿੰਗ, ਰਾਈਟ। ਸੋ ਆਈ ਹੋਪ ਕਿ ਤੁਹਾਨੂੰ ਇਹ ਐਨਾਲਿਸਿਸ ਪਸੰਦ ਆਇਆ ਹੋਊਗਾ। ਇਫ ਯੂ ਡਿਡ ਪਲੀਜ਼ ਇਸ ਨੂੰ ਲਾਈਕ ਕਰੋ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਦੈਟ ਮੀਨਸ ਅ ਲੋਟ ਟੂ ਮੀ। ਸੋ ਥੈਂਕ ਯੂ ਸੋ ਮਚ ਐਂਡ ਹੈਵ ਅ ਵੰਡਰਫੁਲ ਡੇ।